ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਵੈਲਕਮ ਬੈਕ ਟੂ ਅਨਦਰ ਵੀਡੀਓ। ਸਭ ਤੋਂ ਪਹਿਲਾਂ ਜਿਹੜੀ ਮੈਂ ਲਾਸਟ ਵੀਡੀਓ ਬਣਾਈ ਸੀ, ਮੈਨੂੰ ਲੱਗਦਾ ਮੇਰੀ ਅੱਜ ਤੱਕ ਦੀ ਮੋਸਟ ਸਕਸੈਸਫੁਲ ਵੀਡੀਓ ਰਹੀ ਉਹ। ਨਾਟ ਇਨ ਟਰਮਸ ਆਫ ਵਿਊ ਤਾਂ ਉਹਦੇ ਚਲੋ 5000 ਹੀ ਆਏ ਆ, ਬਟ ਉਹ ਐਕਸਪੈਕਟਡ ਸੀਗਾ ਕਿਉਂਕਿ ਉਹ ਇੱਕ ਇੱਦਾਂ ਦਾ ਟੌਪਿਕ ਸੀਗਾ ਹੈ ਨਾ, ਜਿਹੜੇ ਰੀਅਲੀ ਟਰੱਕਿੰਗ ਦੇ ਵਿੱਚ ਆਉਣਾ ਚਾਹੁੰਦੇ ਆ ਜਾਂ ਅੱਗੇ ਵਧਣਾ ਚਾਹੁੰਦੇ ਹੈ ਨਾ, ਉਹਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਸੀ। ਮੋਸਟਲੀ ਜਿਹੜੇ ਆਪਾਂ ਟਰੱਕ ਦੇ ਵਲੌਗਸ ਵਗੈਰਾ ਪਾਉਂਦੇ ਹੈ ਨਾ, ਉਹ ਹਰੇਕ ਬੰਦਾ ਹੀ ਦੇਖ ਲੈਂਦਾ ਕਿਤੇ ਨਾ ਕਿਤੇ, ਇੰਜੋਏ ਕਰਦੇ ਹੈ ਨਾ ਕਿਸੇ ਹੋਰ ਪ੍ਰੋਫੈਸ਼ਨ ਦਾ ਲਾਈਫ ਸਟਾਈਲ ਵੇਖਣ ਨੂੰ। ਬਟ ਜਦੋਂ ਇੰਨੀ ਲੰਬੀ ਵੀਡੀਓ ਜਿਹੜੀ 46 ਮਿੰਟ ਦੀ ਵੀਡੀਓ ਹੋਏ ਤੇ ਕੋਈ ਵੀ ਬੰਦਾ ਹੈ ਨਾ, ਚਾਹੇ ਮੈਂ ਵੀ ਹੋਵਾਂ, ਜੇ ਮੈਂ ਕਿਸੇ ਪ੍ਰੋਫੈਸ਼ਨ ਦੇ ਵਿੱਚ ਨਹੀਂ ਜਾਣਾ ਤਾਂ ਮੈਂ ਆਪਣੇ 46 ਮਿੰਟ ਨਹੀਂ ਵੇਸਟ ਕਰੂੰਗਾ। ਬਟ ਕਈ ਜਿਹੜੇ ਮੇਰੇ ਵੀਰ ਇੱਥੇ ਆਪਣਾ ਡਰਾਈਵਰ ਨੇ, ਓਨਰ ਆਪਰੇਟਰ ਬਣਨਾ ਚਾਹੁੰਦੇ ਨਾ, ਓਨਰ ਆਪਰੇਟਰ ਬਣਨਾ ਚਾਹੁੰਦੇ ਨੇ ਜਾਂ ਕੋਈ ਓਨਰ ਆਪਰੇਟਰ ਨੇ ਜਿਹੜੇ ਆਪਣੀ ਡਿਸਪੈਚ ਕਿਸੇ ਤੋਂ ਲੈ ਰਹੇ ਹੈ ਨਾ, ਆਪਣੀ ਡਿਸਪੈਚ ਆਪ ਕਰਨਾ ਚਾਹੁੰਦੇ ਨੇ, ਉਹਨਾਂ ਵੱਲੋਂ ਬਹੁਤ ਵਧੀਆ ਫੀਡਬੈਕ ਆਇਆ। ਨਾਟ ਓਨਲੀ YouTube ਦੇ ਉੱਤੇ ਬਟ ਮੈਨੂੰ ਪਰਸਨਲੀ ਇੰਸਟਾਗ੍ਰਾਮ ਦੇ ਉੱਤੇ ਬਹੁਤ ਸਾਰੇ ਹੈ ਨਾ DMs ਆਏ ਔਰ ਵਧੀਆ ਵੀ ਲੱਗਾ ਹੈ ਨਾ, ਵੀ ਚਲੋ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਹੈ ਨਾ, ਕਿਉਂਕਿ ਇਹ ਇੱਦਾਂ ਦੀ ਇਨਫੋਰਮੇਸ਼ਨ ਆ ਕੋਈ ਥੋੜ੍ਹੀ ਕਿਤੇ ਕਿਸੇ ਦੇ ਨਾਲ ਕੰਫਰਟੇਬਲ ਨਹੀਂ ਹੁੰਦਾ ਸ਼ੇਅਰ ਕਰਨ ਨੂੰ ਹੈ ਨਾ। ਪਤਾ ਨਹੀਂ ਜਾਂ ਲੋਕਾਂ ਨੂੰ ਲੱਗਦਾ ਵੀ ਕਿਤੇ ਕੰਮ ਸਿੱਖ ਕੇ ਸਾਡੇ ਤੋਂ ਅੱਗੇ ਨਾ ਵੱਧ ਜਾਣ, ਪਤਾ ਨਹੀਂ, ਆਈ ਡੋਨਟ ਨੋ ਵਟ ਐਵਰ ਦ ਕੇਸਿਸ। ਬਟ ਤੁਸੀਂ ਬਹੁਤ ਮੁਸ਼ਕਿਲ ਨਾਲ ਕਿਸੇ ਤੋਂ ਇਨਫੋਰਮੇਸ਼ਨ ਕਢਾ ਪਾਉਂਦੇ ਹੋ। ਇੱਕ ਵੀਰ ਨੇ ਤੇ ਇਹ ਵੀ ਮੈਸੇਜ ਕੀਤਾ ਸੀ ਕਿ ਵੀ ਜਿਹੜੀ ਤੁਸੀਂ ਇਨਫੋਰਮੇਸ਼ਨ ਆ 46 ਮਿੰਟ ਦੇ ਵਿੱਚ ਦੇਤੀ ਆ, ਫ੍ਰੀ ਦੇ ਵਿੱਚ ਦੇਤੀ ਆ, ਇਹਦੇ $2500 ਚਾਰਜ ਕਰਦੀਆਂ ਨੇ ਕਈ ਕੰਪਨੀਆਂ, ਜਿੱਦਾਂ ਇੱਕ ਡਿਸਪੈਚਰ ਦਾ ਛੋਟਾ ਜਿਹਾ ਕੋਰਸ ਹੁੰਦਾ ਵਾ, ਤੇ ਉਹਦੇ ਵਿੱਚ ਵੀ ਉਹ ਸਿਰਫ ਤੁਹਾਨੂੰ ਜਿੱਦਾਂ ਨਾ ਲਾ ਲਓ ਵੀ ਕਿਤਾਬੀ ਗਿਆਨ ਹੀ ਦਿੰਦੇ ਆ। ਜਿੱਦਾਂ ਆਪਾਂ ਵਿੱਚ ਨਾਲ ਮੈਂ ਵੀਡੀਓ ਦੇ ਵਿੱਚ ਆਪਣਾ ਰੀਅਲ ਵਰਲਡ ਐਕਸਪੀਰੀਅੰਸ ਵੀ ਸ਼ੇਅਰ ਕੀਤਾ, ਆਈ ਥਿੰਕ ਉਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਇੱਕ ਮੈਸੇਜ ਮੈਨੂੰ ਇੰਡੀਆਨਾ ਤੋਂ ਇੱਕ ਵੀਰ ਦਾ ਆਇਆ ਸੀ, ਜਿਹਨੇ ਮੈਨੂੰ ਬਹੁਤ ਫੀਲ ਗੁੱਡ ਕਰਾਇਆ ਹੈ ਨਾ। ਉਹ ਕੋਈ ਯੰਗ ਮੁੰਡਾ ਸੀਗਾ ਤੇ ਉਹ ਕਹਿੰਦਾ ਵੀ ਉਹਦੇ ਫਾਦਰ, ਉਹ ਆਪ ਤੇ ਚਲੋ ਪੜ੍ਹਾਈ ਕਰਦਾ ਉਹ, ਤੇ ਕਹਿੰਦਾ ਉਹਦੇ ਫਾਦਰ ਓਨਰ ਆਪਰੇਟਰ ਨੇ, ਕਿਸੇ ਤੋਂ ਡਿਸਪੈਚ ਲੈਂਦੇ ਨੇ। ਤੇ ਕਹਿੰਦਾ ਅਸੀਂ ਬੜੇ ਟਾਈਮ ਤੋਂ ਇਹ ਸੋਚ ਰਹੇ ਹਾਂ ਕਿ ਮੈਂ ਆਪਣੇ ਫਾਦਰ ਦੀ ਕਿਸੇ ਤਰੀਕੇ ਨਾਲ ਹੈਲਪ ਕਰ ਪਾਵਾਂ, ਕਿ ਮੈਂ ਉਹਨਾਂ ਦੇ ਲੋਡ ਬੁੱਕ ਕਰ ਦਿਆ ਕਰਾਂ, ਜਿਹਦੇ ਨਾਲ ਉਹ ਆਪਣਾ ਸਕੈਜੂਲ ਔਰ ਆਪਣੀ ਡੈਸਟੀਨੇਸ਼ਨ ਆਪਣੇ ਹਿਸਾਬ ਦੇ ਨਾਲ ਰੱਖ ਪਾਉਣ ਹੈ ਨਾ। ਤੇ ਉਹਦਾ ਮੈਸੇਜ ਆਇਆ ਵੀ ਵੀਰ ਜੀ ਕਾਫੀ ਚੀਜ਼ਾਂ ਕਲੀਅਰ ਹੋ ਗਈਆਂ, ਤੇ ਮੈਂ ਵੀ ਉਹਨੂੰ ਵਿਸ਼ ਕਰਦਾ ਹੈ ਨਾ, ਹੋਪਫੁਲੀ ਹੀ ਵਿਲ be able to do his dad's dispatch। ਤੇ ਨਾਟ ਓਨਲੀ ਉਹ ਪੈਸੇ ਵੀ ਸੇਵ ਕਰਨਗੇ ਤੇ ਬਾਕੀ ਆਪਣੀ ਮਰਜ਼ੀ ਦਾ ਸਕੈਜੂਲ ਵੀ ਤਿਆਰ ਕਰ ਸਕਦੇ ਆ। ਚਲੋ ਹੁਣ ਉਹਨੇ ਅੱਜ ਦੀ ਵੀਡੀਓ ਦੇ ਉੱਤੇ ਤੇ ਜਿਹੜੀ ਸੀਰੀਜ਼ ਇਹਦੇ 3 ਭਾਗ ਹੈ ਨਾ, ਪਹਿਲੇ ਭਾਗ ਦੇ ਵਿੱਚ ਤਾਂ ਆਪਾਂ ਗੱਲ ਕੀਤੀ ਵੀ ਕਿਹੜੇ ਪਰਮਿਟ ਜ਼ਰੂਰੀ ਨੇ, ਕਿਹੜੀ ਇੰਸ਼ੋਰੈਂਸ ਜ਼ਰੂਰੀ ਆ ਅਥਾਰਟੀ ਨੂੰ ਐਕਟਿਵ ਕਰਾਉਣ ਵਾਸਤੇ। ਸੈਕਿੰਡ ਭਾਗ ਦੇ ਵਿੱਚ ਆਪਾਂ ਗੱਲ ਕੀਤੀ ਸੀ ਵੀ ਜੋ ਤੁਹਾਡੀ ਐਕਟਿਵ ਹੋ ਗਈ ਉਹਦੇ ਬਾਅਦ ਆਪਾਂ ਕਿਹੜੇ ਲੋਡ ਬੋਰਡ ਨੇ, ਕਿਹੜੀਆਂ ਫੋਨ ਦੇ ਉੱਤੇ ਐਪਲੀਕੇਸ਼ਨਾਂ ਨੇ, ਕਿਹੜੇ ਸੌਫਟਵੇਅਰ ਨੇ ਆਪਾਂ ਜਿਨ੍ਹਾਂ ਨੂੰ ਯੂਜ਼ ਕਰਕੇ ਲੋਡ ਬੋਰਡ ਦਾ ਐਕਸੈਸ ਲੈ ਸਕਦੇ ਹਾਂ, ਔਰ ਉਹਦੇ ਬਾਅਦ ਆਪਾਂ ਕਿੱਦਾਂ ਬ੍ਰੋਕਰ ਦੇ ਨਾਲ ਫੋਨ 'ਤੇ ਗੱਲ ਕਰਕੇ ਆਪਾਂ ਲੋਡ ਨੂੰ ਬੁੱਕ ਕਰ ਸਕਦੇ ਹਾਂ। ਚਲੋ ਹੁਣ ਆਪਣੀ ਪਰਮਿਟ ਵੀ ਮਿਲ ਗਏ, ਇੰਸ਼ੋਰੈਂਸ ਵੀ ਹੋ ਗਈ, ਕੰਪਨੀ ਐਕਟਿਵ ਵੀ ਹੋ ਗਈ, ਲੋਡ ਬੋਰਡ ਦਾ ਐਕਸੈਸ ਵੀ ਮਿਲ ਗਿਆ, ਆਪਾਂ ਪਹਿਲਾਂ ਆਪਣਾ ਲੋਡ ਬੁੱਕ ਵੀ ਕਰ ਲਿਆ, ਬੁੱਕ ਕਰਕੇ ਪਿਕ ਵੀ ਕਰ ਲਿਆ ਹੈ ਨਾ। ਹੁਣ ਪਿਕ ਕਰਕੇ ਆਪਾਂ ਡਿਲੀਵਰ ਵੀ ਕਰਤਾ ਹੈ ਨਾ। ਕਿੰਨੇ ਆਪਣੇ 7 ਸਟੈਪ ਹੋ ਗਏ। ਹੁਣ 8ਵਾਂ ਸਟੈਪ, ਜਿਹੜੇ ਆਪਾਂ ਸਾਰੇ 7 ਸਟੈਪ ਕੀਤੇ ਨੇ, ਕਾਹਦੇ ਲਈ ਕੀਤੇ ਨੇ ਹੈ ਨਾ, ਤਾਂ ਕਿ ਡਿਲੀਵਰੀ ਦੇ ਬਾਅਦ ਆਪਾਂ ਨੂੰ ਪੈਸੇ ਮਿਲਣ ਹੈ ਨਾ। ਤੇ ਅੱਜ ਆਪਾਂ ਉਹਦੇ ਉੱਤੇ ਗੱਲ ਕਰਾਂਗੇ ਕਿ ਜਦੋਂ ਆਪਾਂ ਡਿਲੀਵਰੀ ਕਰ ਦਿੰਦੇ ਆ ਉਹਦੇ ਬਾਅਦ ਆਪਾਂ ਨੂੰ ਪੇਮੈਂਟ ਕਿੱਦਾਂ ਹੁੰਦੀ ਆ। ਜਦੋਂ ਆਪਾਂ ਲੋਡ ਚੁੱਕਦੇ ਆ ਹੈ ਨਾ, ਉਹਦਾ ਜਿਹੜਾ ਪੇਪਰ ਵਰਕ ਹੁੰਦਾ ਵਾ, ਉਹ ਬੇਸਿਕਲੀ ਜਿੱਦਾਂ ਤੁਸੀਂ ਅਮਰੀਕਾ ਦੇ ਅੰਦਰ ਹੀ ਕੰਮ ਕਰਦੇ ਆ, ਤੁਸੀਂ ਕ੍ਰੋਸ ਜਿੱਦਾਂ ਬਾਰਡਰ ਨਹੀਂ ਜਾਣਾ, ਤੇ ਇੱਕ ਜਿਹੜਾ ਆਪਾਂ ਨੂੰ ਪੇਪਰ ਵਰਕ ਬ੍ਰੋਕਰ ਕਹਿ ਰਹੇ ਸੌਰੀ ਸ਼ਿਪਰ ਵੱਲੋਂ ਦਿੱਤਾ ਜਾਂਦਾ, ਉਹਨੂੰ ਕਹਿੰਦੇ ਜੀ ਆਪਾਂ ਬਿੱਲ ਆਫ ਲੇਡਿੰਗ। ਤੇ ਆਈ ਥਿੰਕ ਜੇ ਦੇਸੀ ਭਾਸ਼ਾ ਦੇ ਵਿੱਚ ਗੱਲ ਕਰੀਏ ਵੀ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਬਿਲਟੀ ਕਹਿ ਦਿੰਦੇ ਆ, ਉਹ ਬੇਸਿਕਲੀ ਸੇਮ ਹੀ ਹੁੰਦੀ ਆ। ਬਿੱਲ ਆਫ ਲੇਡਿੰਗ ਦੇ ਉੱਤੇ ਮੋਟੀ ਜਾਣਕਾਰੀ ਇਹੀ ਹੁੰਦੀ ਆ ਵੀ ਜਿੱਥੋਂ ਤੁਸੀਂ ਪਿਕ ਕੀਤਾ ਵਾ, ਸ਼ਿਪਰ ਕਿਹੜਾ ਸੀਗਾ, ਰਿਸੀਵਰ ਕਿਹੜਾ ਵਾ, ਅੱਗੇ ਦੋਨਾਂ ਦਾ ਕੀ ਐਡਰੈਸ ਆ, ਕਦੇ ਉੱਤੇ ਅਪੁਆਇੰਟਮੈਂਟ ਦੇ ਟਾਈਮਸ ਵੀ ਲਿਖੇ ਹੁੰਦੇ ਨੇ, ਤੇ ਆ ਵੀ ਲਿਖਿਆ ਹੁੰਦਾ ਵੀ ਤੁਸੀਂ ਕਿਹੜਾ ਪ੍ਰੋਡਕਟ ਕੈਰੀ ਕਰ ਰਹੇ ਆ, ਉਹਦਾ ਕਿੰਨਾ ਭਾਰ ਹੈ, ਉਹਦੇ ਕਿੰਨੇ ਪੈਲਟ ਆ ਹੈ ਨਾ। ਇਹ ਸਾਰੀ ਜਾਣਕਾਰੀ ਉਹਦੇ ਹੁੰਦੀ ਆ। ਆਪਾਂ ਜਦੋਂ ਲੋਡ ਚੁੱਕ ਲੈਂਦੇ ਆ ਤੇ ਆਪਾਂ ਨੂੰ ਉਹ ਸ਼ਿਪਰ ਹੈ ਜਿਹੜਾ ਹੈ ਨਾ BOL ਪ੍ਰੋਵਾਈਡ ਕਰਦਾ ਵਾ। ਫਿਰ ਆਪਾਂ ਆਪਣੀ ਡਿਲੀਵਰੀ ਵਾਲੀ ਡੈਸਟੀਨੇਸ਼ਨ 'ਤੇ ਜਦੋਂ ਪਹੁੰਚ ਗਏ ਤਾਂ ਸਭ ਤੋਂ ਪਹਿਲਾਂ ਆਪਾਂ BOL ਹੀ ਰਿਸੀਵਰ ਨੂੰ ਦਿੰਦੇ ਆ। ਉਹ ਚੈੱਕ ਕਰਦਾ ਵੀ ਹਾਂਜੀ ਆ ਫਲਾਣਾ ਲੋਡ ਆ, ਆਪਣੀ ਇਨਫੋਰਮੇਸ਼ਨ ਮੈਚ ਕਰਦਾ। ਜੇ ਅਪੁਆਇੰਟਮੈਂਟ ਦੇ ਹਿਸਾਬ ਨਾਲ ਲੋਡ ਆ ਵੀ ਚਲੋ ਅਪੁਆਇੰਟਮੈਂਟ ਦੇ ਹਿਸਾਬ ਨਾਲ ਬੰਦਾ ਆਇਆ ਵਾ, ਤੇ ਫਿਰ ਕਹਿੰਦਾ ਵੀ ਚਲੋ ਫਲਾਣੇ ਡੋਰ 'ਤੇ ਲਾ ਦੇ ਹੈ ਨਾ। ਉਹਦੇ ਬਾਅਦ ਸਾਰਾ ਤੁਹਾਡਾ ਲੋਡ ਲਾ ਲੈਂਦੇ ਆ। ਲੋਡ ਲਾਉਣ ਦੇ ਬਾਅਦ ਚੈੱਕ ਕਰਦੇ ਵੀ ਪ੍ਰੋਡਕਟ ਸਾਰਾ ਠੀਕ ਆ, ਕੁਆਂਟਿਟੀ ਜਿਹੜੀ ਠੀਕ ਆ ਹੈ ਨਾ। ਜਦੋਂ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਉਹਦੇ ਬਾਅਦ ਜਿਹੜਾ BOL ਹੈ ਨਾ, ਉਹਦੀਆਂ 2 ਕਾਪੀਆਂ ਜੇ ਹੁੰਦੀਆਂ, ਤੇ ਇੱਕ ਕਾਪੀ ਦੇ ਉੱਤੇ ਸਾਈਨ ਕਰਕੇ ਨਾਲੇ ਰਿਸੀਵਿੰਗ ਦੇ ਸਾਈਨ ਕਰਕੇ ਤੁਹਾਨੂੰ ਦੇ ਦਿੰਦਾ ਵਾ ਹੈ ਨਾ, ਜਿਹਦੇ ਨਾਲ ਇਹ ਪ੍ਰੂਫ ਹੋ ਜਾਂਦਾ ਵੀ ਜਿਹੜਾ ਲੋਡ ਆ ਤੁਸੀਂ ਸਹੀ ਸਲਾਮਤ ਆਪਣੀ ਡੈਸਟੀਨੇਸ਼ਨ 'ਤੇ ਪਹੁੰਚਾਤਾ।
ਤੇ ਉਸ ਟਾਈਮ ਜਦੋਂ ਉਹ BOL ਸਾਈਨ ਹੋ ਜਾਂਦਾ ਵਾ ਉਦੋਂ BOL ਨੂੰ ਆਪਾਂ BOL ਹੀ ਕਹਿੰਦੇ, ਉਹਨੂੰ ਆਪਾਂ ਕਹਿੰਦੇ ਆ POD। BOL ਹੁੰਦਾ ਵਾ ਬਿਲ ਆਫ ਲੀਡਿੰਗ ਤੇ POD ਹੁੰਦਾ ਜੀ ਪ੍ਰੂਫ ਆਫ ਡਿਲੀਵਰੀ। ਮਤਲਬ ਕਿ ਜਿਹੜਾ BOL ਹੈ ਜਦੋਂ ਸਾਈਨ ਹੋ ਗਿਆ ਇਟ ਬਿਕਮਸ ਅ ਪ੍ਰੂਫ ਆਫ ਡਿਲੀਵਰੀ ਕਿ ਤੁਸੀਂ ਜਿਹੜੀ ਡਿਲੀਵਰੀ ਉਹ ਠੀਕ ਠਾਕ ਕਰਤੀ ਆ। ਉਹਦੇ ਬਾਅਦ ਜਿਹੜਾ ਮਤਲਬ ਕਿ ਰਿਸੀਵਰ ਆ ਹੈ ਨਾ ਉਹਨੂੰ ਪਤਾ ਹੁੰਦਾ ਵੀ ਤੁਹਾਡੇ ਦੋਨਾਂ ਦਾ ਜਿਹੜਾ ਮੇਲ ਕਰਾਉਂਦਾ ਵਾ ਹੈ ਨਾ, ਜਿਹੜਾ ਵਿੱਚ ਇੱਕ ਮਿਡਲ ਮੈਨ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਬ੍ਰੋਕਰ। ਤੇ ਜਿਹੜਾ ਬ੍ਰੋਕਰ ਆ ਉਹਨੇ ਪਤਾ ਨਹੀਂ, ਆਪਾਂ ਨੂੰ ਇਹ ਨਹੀਂ ਪਤਾ ਵੀ ਉਹਨੇ ਜਿਹੜਾ ਰਿਸੀਵਰ ਹੈ ਉਹਨੂੰ ਕਿੰਨੇ ਪੈਸੇ ਚਾਰਜ ਕੀਤੇ ਆ ਡਿਲੀਵਰੀ ਕਰਨ ਦੇ ਜਾਂ ਕਰਾਉਣ ਦੇ, ਤੇ ਨਾ ਹੀ ਉਹਨੂੰ ਰਿਸੀਵਰ ਨੂੰ ਪਤਾ ਹੁੰਦਾ ਵੀ ਬ੍ਰੋਕਰ ਨੇ ਅੱਗੇ ਕੈਰੀਅਰ ਨੂੰ ਕਿੰਨੇ ਪੈਸੇ ਪੇ ਕੀਤੇ ਆ ਹੈ ਨਾ। ਤੇ ਮਤਲਬ ਕਿ ਜਿਹੜਾ ਕਸਟਮਰ ਆ ਉਹ ਇੱਕ ਬ੍ਰੋਕਰ ਲੱਭਦਾ ਵਾ ਕਿਉਂਕਿ ਉਹਦੇ ਕੋਲ ਕੋਈ ਸਮਾਨ ਹੁੰਦਾ ਜਿਹੜਾ ਡੈਸਟੀਨੇਸ਼ਨ A ਤੋਂ ਡੈਸਟੀਨੇਸ਼ਨ B ਤੇ ਜਾਣਾ, ਉਹਨੂੰ ਪੈਸੇ ਦਿੰਦਾ ਬ੍ਰੋਕਰ। ਉਹਦੇ ਵਿੱਚੋਂ ਥੋੜੀ ਜਿਹੀ ਕਮਿਸ਼ਨ ਰੱਖ ਕੇ ਓਬਵੀਅਸਲੀ ਹੈ ਨਾ, ਥੋੜੀ ਬਹੁਤੀ ਕਮਿਸ਼ਨ ਰੱਖ ਕੇ ਤੇ ਉਹ ਅੱਗੇ ਕੈਰੀਅਰ ਫਾਈਂਡ ਆਊਟ ਕਰਦਾ ਵਾ ਜਿਹੜਾ ਉਹ ਸਮਾਨ A ਤੋਂ ਪੋਜੀਸ਼ਨ ਤੋਂ ਲੈ ਕੇ B ਦੇ ਉੱਤੇ ਲੈ ਜੇ ਹੈ ਨਾ। ਚਲੋ ਆਪਾਂ B ਦੇ ਉੱਤੇ ਕਰਤੀ। ਉਹਦੇ ਬਾਅਦ ਪੇਮੈਂਟ ਲੈਣ ਲਈ ਆਪਾਂ ਕੀ ਕਰਨਾ ਜੀ, ਉਹਦੇ ਬਾਅਦ ਜਿਹੜਾ ਆਪਣਾ ਪ੍ਰੂਫ ਆਫ ਡਿਲੀਵਰੀ ਆ ਉਹਨੂੰ ਆਪਾਂ ਈਮੇਲ ਕਰਕੇ ਜਾਂ ਫੈਕਸ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ ਆਪਾਂ ਬ੍ਰੋਕਰ ਤੱਕ ਪਹੁੰਚਾਉਣਾ ਵਾ। ਜਦੋਂ ਆਪਾਂ ਬ੍ਰੋਕਰ ਕੋਲ ਪਹੁੰਚਾ ਦਿੰਦੇ ਆ ਇਹ ਚੀਜ਼ ਪ੍ਰੂਫ ਹੋ ਜਾਂਦੀ ਹੈ ਕਿ ਜਿਹੜੀ ਡਿਲੀਵਰੀ ਆ ਸਕਸੈਸਫੁਲੀ ਆਪਾਂ ਕਰਤੀ ਆ। ਉਹਦੇ ਬਾਅਦ ਹੀ ਪੇਮੈਂਟ ਹੁੰਦੀ ਆ। ਹੁਣ ਪੇਮੈਂਟ ਕੀ ਰਾਈਟ ਵੇ ਹੋ ਜਾਂਦੀ ਆ? ਮੋਸਟ ਕੇਸਿਸ ਨਹੀਂ। ਪੇਮੈਂਟ ਹੋਣ ਦੇ ਵਿੱਚ 30 ਦਿਨ ਤੋਂ ਲੈ ਕੇ 40-45 ਦਿਨ ਦਾ ਟਾਈਮ ਹੁੰਦਾ ਵਾ। ਜੇ ਤੁਸੀਂ ਫਰਜ਼ ਕਰ ਲਓ ਜੁਲਾਈ ਦੀ ਪਹਿਲੀ ਤਰੀਕ ਨੂੰ ਡਿਲੀਵਰੀ ਕੀਤੀ ਆ ਤੇ ਹੋ ਸਕਦਾ ਤੁਹਾਡੀ ਪੇਮੈਂਟ ਅਗਸਤ ਮਹੀਨੇ ਦੇ 10 ਤਰੀਕ ਨੂੰ ਆਏ ਹੈ ਨਾ। ਕਈ ਲੋਕਾਂ ਲਈ ਇਹ ਇੰਨੀ ਬਿਗ ਡੀਲ ਨਹੀਂ ਹੁੰਦੀ ਹੈ ਨਾ, ਉਹ ਵੇਟ ਕਰ ਲੈਂਦੇ ਆ। ਪਰ ਕਈ ਲੋਕ ਹੁੰਦੇ ਵੀ ਕਹਿੰਦੇ ਵੀ ਆਪਾਂ ਇੰਨੀ ਦੇਰ ਨਹੀਂ ਵੇਟ ਕਰਨੀ ਹੈ ਨਾ, ਸਾਨੂੰ ਪੇਮੈਂਟ ਥੋੜੀ ਪਹਿਲਾਂ ਚਾਹੀਦੀ ਆ। ਉਸ ਕੇਸਿਸ ਦੇ ਵਿੱਚ ਕਈ ਬ੍ਰੋਕਰ ਹੁੰਦੇ ਆ ਉਹ ਤੁਹਾਨੂੰ ਚਾਰਜ ਕਰਦੇ ਆ ਕੁਇਕ ਪੇ ਫੀ। ਉਹਦੇ ਵਿੱਚ ਜਿਹੜੀ ਪੇਮੈਂਟ ਹੈ ਤੁਹਾਨੂੰ 1 ਜਾਂ 2 ਦਿਨ ਦੇ ਵਿੱਚ ਹੀ ਉਹ ਕਰ ਦਿੰਦੇ ਆ, ਬਟ ਉਹਦੀ ਕਮਿਸ਼ਨ ਚਾਰਜ ਕਰਦੇ ਆ 3 ਤੋਂ ਲੈ ਕੇ 4% ਇਨ ਮੋਸਟ ਕੇਸਿਸ। ਫਰਜ਼ ਕਰ ਲਓ ਤੁਸੀਂ $1000 ਦਾ ਲੋਡ ਲਾਇਆ ਵਾ ਹੈ ਨਾ, ਜੇ 4% ਕਮਿਸ਼ਨ ਹੈ ਤਾਂ ਉਹਨਾਂ ਨੇ $40 ਕੱਟ ਕੇ ਤੁਹਾਨੂੰ $260 ਦੇ ਦੇਣੇ ਆ ਜੇ ਤੁਸੀਂ ਕੁਇਕ ਪੇ ਲੈਣੀ ਆ। ਜੇ ਤੁਸੀਂ $1000 ਦਾ 1000 ਹੀ ਲੈਣਾ ਵਾ ਫਿਰ ਤੁਹਾਨੂੰ 30 ਤੋਂ ਵਟਐਵਰ ਜਿਹੜਾ ਵੀ ਉਹਨਾਂ ਦਾ ਟਾਈਮ ਹੈ ਨਾ 30 ਦਿਨ ਤੋਂ ਲੈ ਕੇ 45 ਦਿਨ ਤੱਕ ਉਹਦੀ ਵੇਟ ਕਰਨੀ ਪਊਗੀ। ਹੁਣ ਹੋ ਸਕਦਾ ਵੀ ਇਹ ਵੀ ਜਿਹੜੀ ਕੁਇਕ ਪੇ ਵੀ ਆ ਨਾ ਹਰੇਕ ਬ੍ਰੋਕਰ ਇਹ ਵਾਲੀ ਸਰਵਿਸ ਪ੍ਰੋਵਾਈਡ ਨਹੀਂ ਕਰਦਾ ਹੈ ਨਾ, ਕਈ ਵਾਰੀ ਤੁਹਾਨੂੰ ਵੇਟ ਕਰਨੀ ਹੀ ਪੈਂਦੀ ਆ। ਤੇ ਪਰ ਜੇ ਤੁਸੀਂ ਚਾਹੁੰਦੇ ਹੋ ਵੀ ਨਹੀਂ ਆਪਾਂ ਇੰਨਾ, ਕਿਉਂਕਿ ਕਈ ਵਾਰੀ ਕੀ ਹੁੰਦਾ ਜਦੋਂ ਹੁਣ ਮੈਂ ਤੇ ਇਕੱਲਾ ਵਾਂ ਹੈ ਨਾ, ਇਕੱਲੇ ਟਰੱਕ ਦੀ ਡਿਸਪੈਚ ਆ, ਕੋਈ ਬੰਦਾ ਕਿਸੇ ਹੋਰ ਦੇ ਟਰੱਕ ਦੀ ਵੀ ਨਾਲ ਡਿਸਪੈਚ ਕਰਦਾ ਹੈ ਨਾ। ਤੇ ਜਦੋਂ ਕੋਈ ਤੁਹਾਡੇ ਤੋਂ ਡਿਸਪੈਚ ਲੈਂਦਾ ਹੈ ਨਾ ਉਹ ਇੰਨਾ ਚਿਰ ਵੇਟ ਨਹੀਂ ਕਰਦਾ, ਮੋਸਟਲੀ 1 ਵੀਕ ਵੇਟ ਕਰ ਲੂਗਾ ਹੈ ਨਾ। ਤੇ ਫਿਰ ਕੀ ਕਰਦੇ ਆ ਵੀ ਆਪਾਂ ਹੁਣ ਪਹਿਲਾਂ ਪੈਸੇ ਕਿੱਦਾਂ ਲਈਏ ਹੈ ਨਾ, ਬ੍ਰੋਕਰ ਵੀ ਪਹਿਲਾਂ ਨਹੀਂ ਦਿੰਦਾ, ਨਾ ਕੁਇਕ ਪੇ ਦਾ ਆਪਸ਼ਨ ਹੈਗਾ। ਉਸ ਸਿਚੁਏਸ਼ਨ ਦੇ ਵਿੱਚ ਇੱਕ ਹੋਰ ਥਰਡ ਪਰਸਨ ਵਿੱਚ ਹੁੰਦਾ ਜੀ ਜਿਹਨੂੰ ਆਪਾਂ ਕਹਿੰਦੇ ਆ ਫੈਕਟਰਿੰਗ ਕੰਪਨੀ। ਫੈਕਟਰਿੰਗ ਕੰਪਨੀ ਦੀ ਜੌਬ ਇਹ ਹੁੰਦੀ ਆ ਜੋ ਵੀ ਆਪਾਂ ਪ੍ਰੂਫ ਆਫ ਡਿਲੀਵਰੀ ਆ ਹੈ ਨਾ ਉਹ ਬ੍ਰੋਕਰ ਨੂੰ ਸਿੱਧਾ ਦੇਣ ਦੀ ਬਜਾਏ ਆਪਾਂ ਇੱਕ ਮਤਲਬ ਕਿ ਫੈਕਟਰਿੰਗ ਕੰਪਨੀ ਵਿੱਚ ਹਾਇਰ ਕਰਦੇ ਆ ਜਿਹਨੂੰ ਆਪਾਂ ਪੇਪਰ ਵਰਕ ਆਪਣਾ ਉਹਨੂੰ ਦਿੰਨੇ ਆ। ਤੇ ਉਹ ਕੀ ਕਰਦਾ, ਫੋਰ ਐਗਜ਼ਾਮਪਲ ਲਾ ਲਓ ਵੀ $1000 ਦਾ ਜੇ ਲੋਡ ਆ ਉਹਨੇ ਵਿੱਚੋਂ 3 ਜਾਂ 4% ਆਪ ਕੱਟ ਕੇ ਤੁਹਾਨੂੰ ਪੈਸੇ ਸਾਰੇ ਰਾਈਟ ਵੇ ਦੇ ਦੇਣੇ ਆ ਤੇ ਆਪ ਬ੍ਰੋਕਰ ਤੋਂ 30 ਦਿਨਾਂ ਬਾਅਦ ਜਾਂ 40 ਦਿਨਾਂ ਬਾਅਦ ਜਦੋਂ ਵੀ ਪੇਮੈਂਟ ਹੋਊਗੀ ਉਹਨੇ ਬ੍ਰੋਕਰ ਤੋਂ ਉਦੋਂ ਪੈਸੇ ਲੈਣੇ ਆ। ਤੇ ਹੁਣ ਉਹਦੀ ਕਮਿਸ਼ਨ ਕਿੰਨੀ ਹੁੰਦੀ ਆ ਹਨਾ, ਇਹ ਡਿਪੈਂਡ ਕਰਦਾ ਵਾ ਇੱਕ ਤੇ ਕੰਪਨੀ ਦੇ ਉੱਤੇ ਡਿਪੈਂਡ ਕਰਦਾ। ਕਈ ਕੰਪਨੀਆਂ ਜ਼ਿਆਦਾ ਚਾਰਜ ਕਰਦੀਆਂ ਨੇ, ਕਈ ਕੰਪਨੀਆਂ ਘੱਟ ਚਾਰਜ ਕਰਦੀਆਂ ਨੇ। ਤੇ ਦੂਜਾ ਪਰ ਉਹਦੇ ਵਿੱਚ ਵੀ ਕੋਈ ਕੰਪਨੀ ਵਧੀਆ ਨੇ, ਕਈ ਨਹੀਂ ਵਧੀਆ ਨੇ ਹਨਾ। ਤੇ ਆਪਣੀ ਕੋਸ਼ਿਸ਼ ਹੁੰਦੀ ਵੀ ਆਪਾਂ ਵਧੀਆ ਕੰਪਨੀ ਹੀ ਲੱਭੀਏ ਹਨਾ। ਤੇ ਜਿਹੜੀ ਵਧੀਆ ਕੰਪਨੀ ਚਲੋ ਆਪਾਂ ਨੂੰ ਲੱਭ ਗਈ, ਹੋ ਸਕਦਾ ਉਹ ਥੋੜਾ ਜਿਹਾ ਜ਼ਿਆਦਾ ਚਾਰਜ ਕਰਦੀ ਹੋਏ, ਬਟ ਫਿਰ ਇੱਕ ਚੀਜ਼ ਹੋਰ ਕਿੱਕ ਇਨ ਹੋ ਜਾਂਦੀ ਵੀ ਥੋੜੀ ਵੋਲਿਊਮ ਕਿੰਨੀ ਆ ਹਨਾ। ਫੋਰ ਐਗਜ਼ਾਮਪਲ ਹੁਣ ਮੈਂ ਆ, ਮੇਰੇ ਕੋਲ ਇੱਕੋ ਹੀ ਟਰੱਕ ਆ ਹਨਾ, ਇੱਕ ਟਰੱਕ ਵੱਧ ਤੋਂ ਵੱਧ $7-8-9,000 ਦਾ ਇੱਕ ਵੀਕ ਦਾ ਕੰਮ ਕਰ ਲੂਗਾ ਹਨਾ। ਤੇ ਉਹਨਾਂ ਨੂੰ ਜਿਹੜੀ ਕਮਿਸ਼ਨ ਹੈ ਇੰਨੇ ਪੈਸਿਆਂ 'ਚ ਹੀ ਆਉਣੀ ਆ। ਹੁਣ ਦੂਜੇ ਪਾਸੇ ਇੱਕ ਕੰਪਨੀ ਜਿਹਦੇ ਕੋਲ 10 ਟਰੱਕ ਆ, ਉਹ ਮੇ ਵੀ ਇੱਕ ਵੀਕ ਦੇ ਵਿੱਚ ਉਹਨਾਂ ਦੀ ਜਿਹੜੀ ਗਰੋਸ ਆ $70-80,000 ਹੋਏ। ਤੇ ਫਿਰ ਉਧਰ ਜਿਹੜਾ ਮਤਲਬ ਕਿ ਫੈਕਟਰਿੰਗ ਕੰਪਨੀ ਉਹਨੇ ਕਹਿਣਾ ਵੀ ਚਲੋ ਜਿਹੜਾ ਇੱਕ ਟਰੱਕ ਵਾਲਾ ਵਾ ਇਹਦੇ ਤੋਂ ਤਾਂ ਆਪਾਂ 2.5% ਜਾਂ 3% ਚਾਰਜ ਕਰਾਂਗੇ, ਜਿਹੜਾ 10 ਟਰੱਕਾਂ ਵਾਲਾ ਵਾ ਉਹਦੇ ਕੋਲ ਆਪਾਂ 1% ਹੀ ਚਾਰਜ ਕਰ ਲਾਂਗੇ, ਸਿੰਸ ਹੀ ਇਜ਼ ਗਿਵਿੰਗ ਦੈਮ ਮੋਰ ਬਿਜ਼ਨਸ ਹੈ ਨਾ। ਵੀ ਜਿੰਨੀ ਜ਼ਿਆਦਾ ਵੋਲਿਊਮ ਹੋ ਜਾਂਦੀ ਹੈ ਫਿਰ ਉਹਨਾਂ ਦੀ ਪਰਸੈਂਟੇਜ ਘੱਟ ਜਾਂਦੀ ਆ। ਤੇ ਇਦਾਂ ਹੀ ਬਸ ਉਹ ਫਿਰ ਜਿਹੜੀ ਫੈਕਟਰਿੰਗ ਕੰਪਨੀ ਆ ਉਹ ਤੁਹਾਨੂੰ ਚਾਰਜ ਕਰੂਗੀ। ਚਾਰਜ ਕਰਨ ਦੇ ਬਾਅਦ ਮਤਲਬ ਕਿ ਉਹ ਬ੍ਰੋਕਰ ਕੋ ਪੈਸੇ ਲੈਣਗੇ ਹੈ ਨਾ 30-40 ਦਿਨਾਂ ਬਾਅਦ, ਬਟ
ਤੁਹਾਨੂੰ ਉਹ 2 ਜਾਂ 3 ਦਿਨ ਬਾਅਦ ਦੇ ਦੇਣਗੇ। ਤੇ ਹੁਣ ਇਸੇ ਚੀਜ਼ ਨੂੰ ਆਪਾਂ ਮੈਂ ਫੋਨ ਦੇ ਉੱਤੇ ਜਿਹੜੀ ਫੈਕਟਰਿੰਗ ਕੰਪਨੀ ਮੈਂ ਯੂਜ਼ ਕਰਦਾ ਵਾਂ, ਤੇ ਉਹਨਾਂ ਦੀ ਇੱਕ ਐਪਲੀਕੇਸ਼ਨ ਹੈ ਜਿਹਦੇ ਉੱਤੇ ਆਪਾਂ ਜਿਹੜਾ ਵੀ ਪੇਪਰ ਵਰਕ ਆ ਉਹ ਸਾਰਾ ਅਪਲੋਡ ਕਰਨਾ ਹੁੰਦਾ ਵਾ, ਤਾਂ ਕਿ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਚਲ ਜੇ, ਤਾਂ ਕਿ ਉਹ ਅੱਗੇ ਬ੍ਰੋਕਰ ਤੋਂ ਪੈਸੇ ਲੈਣ ਪਾਣ, ਹੈ ਨਾ। ਤੇ ਉਹਦਾ ਯੂਜ਼ਰ ਇੰਟਰਫੇਸ ਦੇਖਦੇ ਆ, ਹੋਪਫੁਲੀ ਉਹਦੇ ਨਾਲ ਥੋੜੀ ਜੀ ਹੋਰ ਕਲੈਰਿਟੀ ਹੋਊਗੀ ਵੀ ਇਹ ਸਾਰੀ ਐਕਚੁਅਲੀ ਸਟਰਕਚਰ ਕੰਮ ਕਿੱਦਾਂ ਕਰਦਾ। ਜਿਹੜੀ ਫੈਕਟਰਿੰਗ ਕੰਪਨੀ ਮੈਂ ਯੂਜ਼ ਕਰਦਾ ਜੀ, ਉਹ ਫੈਕਟਰਿੰਗ ਕੰਪਨੀ ਦਾ ਨਾਮ ਹੈਗਾ ਜੀ RTS ਫਾਈਨੈਂਸ਼ੀਅਲ। ਇਹ ਵਨ ਆਫ ਦਾ ਨਾਟ ਇਫ ਦੀ ਬਿਗੇਸਟ ਬਟ ਵਨ ਆਫ ਦਾ ਬਿਗਰ ਪਲੇਅਰ ਆ। ਤੇ ਇਹਨਾਂ ਦੀ ਇੱਕ ਐਪ ਹੈਗੀ ਹੈ ਜੀ ਜਿਹਦਾ ਨਾਮ ਜੀ RTS Pro। ਤੇ ਆਪਾਂ ਇੱਥੇ ਕਲਿੱਕ ਕਰਾਂਗੇ ਤੇ ਇਹਦੇ ਉੱਤੇ ਜੀ ਆਹ ਆਪਸ਼ਨ ਆ ਜਾਂਦਾ, ਜਿੱਦਾਂ ਫੋਰ ਐਗਜ਼ਾਮਪਲ ਮੈਂ ਹੁਣ ਗੱਲ ਕਰ ਰਿਹਾ ਵੀ ਆਪਾਂ ਡਿਲੀਵਰੀ ਲਾ ਚੁੱਕੇ ਆ ਤੇ ਹੁਣ ਆਪਾਂ ਪੈਸੇ ਕੈਸ਼ ਕਰਾਉਣੇ, ਪਰ ਆਪਾਂ 30 ਦਿਨ ਦਾ ਵੇਟ ਨਹੀਂ ਕਰਨਾ। ਬ੍ਰੋਕਰ ਕੁਇਕ ਪੇ ਆਫਰ ਨਹੀਂ ਕਰ ਰਿਹਾ, ਜਾਂ ਉਹਦਾ ਜਿਹੜਾ ਕੁਇਕ ਪੇ ਆਫਰ ਕਰਨ ਦਾ ਪਰਸੈਂਟੇਜ ਆ, ਹੈ ਨਾ, ਉਹ ਫੈਕਟਰਿੰਗ ਵਾਲਿਆਂ ਤੋਂ ਜ਼ਿਆਦਾ ਵਾ, ਤੇ ਆਪਾਂ ਫੈਕਟਰਿੰਗ ਨੂੰ ਚੂਜ਼ ਕਰਕੇ ਹੀ ਆਪਣੀ ਪੇਮੈਂਟ ਲੈਣੀ ਆ। ਤੇ ਆਪਾਂ ਜੀ ਚਲੋ ਜੀ ਆ ਫੈਕਟਰਿੰਗ ਤੇ ਗਏ, ਹੈ ਨਾ, ਤੇ ਫਿਰ ਇੱਥੇ ਆਪਾਂ ਨਵੀਂ ਇਨਵੋਇਸ ਬਣਾਉਣੀ ਹੈ, ਜਨਰੇਟ ਕਰਨੀ ਹੈ, ਤੇ ਆਪਾਂ ਪਲੱਸ ਵਾਲਾ ਬਟਨ ਨੱਪਾਂਗੇ। ਉਹਦੇ ਉੱਤੇ ਇਨਵੋਇਸ ਨੰਬਰ ਜੋ ਵੀ ਤੁਹਾਡੀ ਕੰਪਨੀ ਦੀ ਸੀਰੀਜ਼ ਬਣਾ ਰਹੀ ਹੈ ਤੁਸੀਂ, ਹੈ ਨਾ, ਇੱਕ ਜਿੱਦਾਂ ਲਾ ਲਓ ਵੀ 2101 2102 ਜੋ ਵੀ ਤੁਸੀਂ ਆਪਣਾ ਸਟਾਰਟ ਕੀਤਾ ਵਾ, ਹੈ ਨਾ, ਇੱਕ ਇਨਵੋਇਸ ਦੀ ਸੀਰੀਜ਼, ਉਹ ਤੁਹਾਡਾ ਇਨਵੋਇਸ ਨੰਬਰ ਹੋਊਗਾ ਉੱਤੇ, ਵੀ ਤੁਹਾਡੀ ਕੰਪਨੀ ਦਾ ਇਨਵੋਇਸ ਨੰਬਰ ਹੋਊਗਾ। ਉਹਦੇ ਬਾਅਦ ਅਗਲਾ ਜੀ ਕਸਟਮਰ ਨੇਮ, ਵੀ ਬ੍ਰੋਕਰ ਕਿਹੜਾ ਵਾ, ਹੈ ਨਾ, ਫੋਰ ਐਗਜ਼ਾਮਪਲ ਲਾ ਲਓ ਵੀ ਆਪਾਂ CH ਰੋਬਿਨਸਨ ਦਾ ਲੋਡ ਚੁੱਕਿਆ ਵਾ, ਤੇ ਆਹ ਭਰਾਂਗੇ ਤੇ ਆਲਰੇਡੀ ਆ ਜਾਊਗਾ, ਹੈ ਨਾ। ਤੁਸੀਂ ਇੱਕ ਚੀਜ਼ ਹੋਰ ਨੋਟਿਸ ਕਰੋ, ਇਹਦੇ ਅੱਗੇ A ਲਿਖਿਆ ਵਾ, ਹੈ ਨਾ, ਯਾਨੀ ਕਿ ਜਿਹੜਾ ਇਹ ਬ੍ਰੋਕਰ ਆ ਇਹ A ਕੈਟਾਗਰੀ ਵਾਲਾ ਵਾ, ਹੈ ਨਾ, ਇਹਦੀ ਜਿਹੜੀ ਰੇਟਿੰਗ ਆ A ਦੇ ਵਿੱਚ ਆ। ਤੇ ਹੁਣ ਜਿੱਦਾਂ ਇੱਕ ਆ ਵੀ ਬ੍ਰੋਕਰ ਹੈਗਾ, ਇਹਦੀ B ਦੇ ਵਿੱਚ ਆ। ਤੇ ਕਈ ਜਿੱਦਾਂ ਲਾ ਲਓ ਹੁਣ ਜਿੱਦਾਂ ਆ ਕਿਹੜਾ ਆਇਆ ਸੀ ਹੁਣੇ, ਹੁਣ ਜਿੱਦਾਂ ਇੱਕ ਆਇਆ ਸੀ ਕੋਈ ਟ੍ਰਾਂਸਫਿਨਿਟੀ ਲੌਜਿਸਟਿਕ, ਇਹਦੇ ਅੱਗੇ N ਲਿਖਿਆ ਵਾ, ਹੈ ਨਾ, ਇੱਕ ਟ੍ਰਾਂਸਫਿਕਸ ਇਹਦੇ ਅੱਗੇ C ਲਿਖਿਆ, ਮਤਲਬ ਕਿ C ਰੇਟਿੰਗ ਆ। ਇਹ ਗੱਲ ਮੈਂ ਪਹਿਲਾਂ ਤੁਹਾਨੂੰ ਦੱਸਣੀ ਭੁੱਲ ਗਿਆ, ਜਦੋਂ ਆਪਾਂ ਫੈਕਟਰਿੰਗ ਕੰਪਨੀ ਦੇ ਨਾਲ ਸੈਟਅਪ ਕਰਦੇ ਆ, ਕਿਉਂਕਿ ਬ੍ਰੋਕਰੇਜ ਦੇ ਵਿੱਚ ਜਿਹੜੀ ਬੈਂਕਰਪਸੀ ਬਹੁਤ ਜ਼ਿਆਦਾ ਕਾਮਨ ਆ। ਹੋ ਸਕਦਾ ਕਿ ਤੁਸੀਂ ਕਿਸੇ ਦੀ ਡਿਲੀਵਰੀ ਕਰੋ, ਹੈ ਨਾ, ਤੇ ਉਹ ਕਹਿਣ ਵੀ ਆਪਾਂ ਪੈਸੇ 40 ਦਿਨਾਂ ਬਾਅਦ ਦੇਵਾਂਗੇ, ਪਰ ਉਸ ਟਾਈਮ ਤੋਂ ਲੈ ਕੇ 40 ਦਿਨਾਂ ਦੇ ਵਿਚਕਾਰ ਉਹ ਕੰਪਨੀ ਬੈਂਕਰਪਟ ਹੋ ਜੇ ਤੇ ਤੁਹਾਡੇ ਜਿਹੜੇ ਪੈਸੇ ਉਹ ਮਰ ਜਾਣੇ ਆ। ਇਸ ਚੀਜ਼ ਤੋਂ ਬਚਣ ਵਾਸਤੇ ਜਾਂ ਥੋੜਾ ਜਿਹਾ ਸੇਫ ਚੱਲਣ ਵਾਸਤੇ ਜਦੋਂ ਆਪਾਂ ਇੱਕ ਫੈਕਟਰਿੰਗ ਕੰਪਨੀ ਨੂੰ ਯੂਜ਼ ਕਰਦੇ ਆ, ਹੈ ਨਾ, ਇੱਕ ਤੇ ਆਪਾਂ ਨੂੰ ਜਿਹੜਾ ਉਹਨਾਂ ਦਾ ਕ੍ਰੈਡਿਟ ਆ, ਹੈ ਨਾ, ਜੇ ਆਪਾਂ ਵੀ ਚੈੱਕ ਕਰਦੇ ਆ ਤੇ ਇਹ ਵੀ ਚੈੱਕ ਕਰਦੇ ਆ। ਇਹ ਆਲਰੇਡੀ ਕਿਸੇ ਦਾ ਲੋਡ ਚੁੱਕਣ ਤੋਂ ਪਹਿਲਾਂ ਤੁਸੀਂ ਇੱਥੇ ਚੈੱਕ ਕਰ ਸਕਦੇ ਵੀ ਜਿਵੇਂ ਆਹ ਕੰਪਨੀ ਦਾ ਲੋਡ ਚੁੱਕ ਰਿਹਾ ਵਾ, ਮੇਰੀ ਫੈਕਟਰਿੰਗ ਕੰਪਨੀ ਇਸ ਕੰਪਨੀ ਦੇ ਲੋਡ ਨੂੰ ਫੈਕਟਰ ਕਰੂਗੀ ਵੀ ਜਾਂ ਨਹੀਂ ਕਰੂਗੀ, ਹੈ ਨਾ। ਹੁਣ ਜਿੱਦਾਂ ਆਹ ਵਾਲੀ ਕੰਪਨੀ ਆ ਮੇਰੇ ਵਾਲੀ, ਇਹਨਾਂ ਨੇ ਆਖਿਆ ਵੀ ਆਪਾਂ C ਰੇਟਿੰਗ ਤੱਕ ਹੀ ਫੈਕਟਰ ਕਰਾਂਗੇ, C ਤੋਂ ਥੱਲੇ ਆ ਉਹ ਅਸੀਂ ਫੈਕਟਰ ਨਹੀਂ ਕਰਨਾ, ਤੁਸੀਂ ਆਪਣੇ ਆਪ ਆਪਣੀ ਇਨਵੋਇਸ ਕੈਸ਼ ਕਰਾਓ, ਹੈ ਨਾ। ਤੇ ਜਦੋਂ ਵੀ ਆਪਾਂ ਲੋਡ ਚੁੱਕਦੇ ਆ, ਜਦੋਂ ਮੈਂ ਪਹਿਲਾਂ ਵੀ ਗੱਲ ਕੀਤੀ, ਹੁਣ ਜਿੱਦਾਂ ਮੇਰੀ ਕੋਸ਼ਿਸ਼ ਇਹ ਹੁੰਦੀ ਵੀ A ਜਾਂ B ਰੇਟਿੰਗ ਵਾਲਿਆਂ ਨਾਲ ਹੀ ਕੰਮ ਕੀਤਾ ਜਾਏ, ਹੈ ਨਾ, ਜਿੱਦਾਂ ਜਾਂ CH ਰੋਬਿਨਸਨ ਜਿੱਦਾਂ A ਆ, ਜਿੱਦਾਂ ਉਹਨਾਂ ਦੇ ਮੈਂ ਲੋਡ ਚੁੱਕਦਾ ਵਾਂ, ਜਿੱਦਾਂ ਕੋਯੋਟੇ ਲੌਜਿਸਟਿਕ ਹੈ ਨਾ, ਇਹ ਵੀ A ਰੇਟਿੰਗ ਆ, ਜਾਂ ਲਾ ਲਓ JB ਹੰਟ ਆ, ਇਹਨਾਂ ਦੀ ਵੀ ਆਈ ਥਿੰਕ A ਆ। JB ਆਪਣੇ ਆਪ ਹੀ ਲਿਖਦਾ ਯਾਰ, JB ਹੰਟ, ਹਾਂ ਦੇਖੋ ਇਹਨਾਂ ਦੀ B ਐਕਚੁਅਲੀ। ਇਦਾਂ ਹੀ ਮਤਲਬ ਕਿ ABC ਆਪਾਂ ਇਹ ਚੀਜ਼ ਦੇਖਣੀ ਪੈਂਦੀ ਵੀ ਇਹਨਾਂ ਦੀ ਰੇਟਿੰਗ ਕਿੰਨੀ ਆ, ਮਤਲਬ ਕਿ ਮੇਰੀ ਫੈਕਟਰਿੰਗ ਕੰਪਨੀ ਕਹਿੰਦੀ ਆ ਜੇ ਉਹ ਤੋਂ ਰੇਟਿੰਗ ਥੱਲੇ ਆ ਤੇ ਉਹ N ਲਿਖਿਆ ਜਾਂਦਾ, ਮਤਲਬ ਕਿ ਨਾਟ ਬਾਏ ਰੇਟਿੰਗ ਆ ਉਹ। ਤੇ ਜੇ ਮੈਂ ਲੋਡ ਚੁੱਕ ਲਿਆ ਤੇ ਹੋ ਸਕਦਾ ਮੇਰੇ ਪੈਸੇ ਮਰਨ ਦੇ ਚਾਂਸਸ, ਇਹ ਜ਼ਰੂਰੀ ਨਹੀਂ ਵੀ ਮਰਨੇ ਹੀ ਮਰਨੇ ਆ, ਬਟ ਫੈਕਟਰਿੰਗ ਕੰਪਨੀ ਕਹਿੰਦੀ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਗੀ, ਹੈ ਨਾ, ਵੀ ਇਹ ਤੋਂ ਜੇ ਕੱਲ ਨੂੰ ਪੈਸੇ ਨਹੀਂ ਆਏ ਇਸ ਕਰਕੇ ਆਪਾਂ ਇਹਨਾਂ ਦੀ ਫੈਕਟਰੀ ਨਹੀਂ ਕਰਨੀ, ਤੁਸੀਂ ਆਪਣੇ ਆਪ ਹੀ ਵਟਐਵਰ ਜੇ 30 ਦਿਨ ਵੇਟ ਕਰਨ ਨੂੰ ਕਹਿੰਦੇ ਤੁਸੀਂ 30 ਦਿਨ ਵੇਟ ਕਰੋ, ਕੱਲ ਨੂੰ ਪੈਸੇ ਆਉਂਦੇ ਜਾਂ ਨਾ ਨਹੀਂ ਆਉਂਦੇ ਉਹ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਹੈਗੀ, ਹੈ ਨਾ। ਚਲੋ ਆਪਾਂ ਵਟਐਵਰ ਆਪਾਂ ਹੁਣ ਗੱਲ ਕਰਦੇ ਹਾਂ ਵੀ ਆਪਾਂ A ਰੇਟਿੰਗ ਵਾਲਾ ਹੀਗਾ CH ਰੋਬਿਨਸਨ ਹੀ, ਚਲੋ ਲਾ ਲਓ CH ਰੋਬਿਨਸਨ ਦਾ ਲੋਡ ਸੀਗਾ, ਉਹ ਆਪਾਂ CH ਰੋਬਿਨਸਨ ਇੱਥੇ ਪਾ ਦਾਂਗੇ। ਪਤਾ PO ਨੰਬਰ ਹੁੰਦਾ ਜਦੋਂ ਆਪਾਂ ਲੋਡ ਬੁੱਕ ਕਰਦੇ ਆ, ਹੈ ਨਾ, ਇੱਕ ਬ੍ਰੋਕਰ ਸਾਨੂੰ ਕੰਫਰਮੇਸ਼ਨ ਲਈ ਈਮੇਲ ਭੇਜਦਾ ਵਾ, ਜਿਹਦੇ ਵਿੱਚ ਸਾਰੀ ਡਿਟੇਲ ਹੁੰਦੀ ਆ ਵੀ ਕਿੱਥੋਂ ਲੋਡ ਚੁੱਕਣਾ ਵਾ, ਕਿੱਥੇ ਲਾਉਣਾ ਵਾ, ਉਸ ਲੋਡ ਦੀਆਂ ਸ਼ਰਤਾਂ ਕੀ ਨੇ, ਡਿਟੈਂਸ਼ਨ ਟਾਈਮ ਕਿੰਨੇ ਟਾਈਮ ਬਾਅਦ ਸਟਾਰਟ ਹੋਊਗਾ, ਕਿ ਡਰਾਈਵਰ ਨੂੰ ਉੱਥੇ ਲੋਡ ਲਵਾਉਣ 'ਚ ਹੈਲਪ ਕਰਨੀ ਪਊਗੀ ਜਾਂ ਨਹੀਂ ਕਰਨੀ ਪਊਗੀ, ਜੇ ਤੁਸੀਂ ਲੋਡ ਤੋਂ ਲੇਟ ਹੁੰਨੇ ਆ ਤੇ ਪੈਨਲਟੀ ਕੀ ਹੋਊਗੀ, ਹੈ ਨਾ। ਔਰ ਮਤਲਬ ਕਿ ਇਹ ਵੀ ਚੀਜ਼ ਹੁੰਦੀ ਵੀ ਤੁਹਾਡੇ ਜਿਹੜੇ ਪੈਸੇ 30 ਦਿਨਾਂ ਬਾਅਦ ਆਉਣਗੇ ਜਾਂ 40 ਦਿਨਾਂ ਬਾਅਦ ਆਉਣਗੇ, ਤੇ ਉਹ ਜਿਹੜਾ ਸਾਰਾ ਪੇਪਰ ਹੁੰਦਾ ਵਾ, ਇੱਕ ਸ਼ੀਟ ਹੁੰਦੀ ਆ, ਉਹਨੂੰ ਆਪਾਂ ਕਹਿੰਦੇ ਆ, ਔਰ ਉਹਦੇ ਰੇਟ ਵੀ ਲਿਖਿਆ ਹੁੰਦਾ ਵੀ ਲੋਡ ਦਾ ਪ੍ਰਾਈਸ ਕਿੰਨਾ ਵਾ, ਨਾ, ਉਹਨੂੰ ਆਪਾਂ ਕਹਿੰਦੇ ਆ ਰੇਟ ਕਨਫਰਮੇਸ਼ਨ ਨੰਬਰ। ਤੇ ਉਹਦਾ ਇੱਕ PO ਨੰਬਰ ਹੁੰਦਾ ਵਾ, ਪਰਚੇਸ ਆਰਡਰ ਨੰਬਰ, ਹਰੇਕ ਬ੍ਰੋਕਰ ਦਾ ਆਪਣਾ ਯੂਨੀਕ ਹੁੰਦਾ ਵਾ,
ਉਹ PO ਨੰਬਰ ਆਪਾਂ ਇੱਥੇ ਭਰਨਾ ਵਾ ਵਟਐਵਰ, ਜਦੋਂ 1 2 3 4 ਵਟਐਵਰ ਹੈ ਨਾ, ਉਹ ਭਰ ਕੇ ਥੱਲੇ ਅਮਾਊਂਟ ਫੋਰ ਐਗਜ਼ਾਮਪਲ ਜਿੰਨੇ ਦਾ ਵੀ ਲੋਡ ਹੈ, $1000 ਦਾ ਲੋਡ ਹੈ ਤੇ ਉਹ $1000 ਆਪਾਂ ਇੱਥੇ ਪਾ ਦਾਂਗੇ। ਤੇ ਕੁਝ ਨੋਟਸ ਦੇ ਵਿੱਚ ਕੋਈ ਚੀਜ਼ ਤੁਸੀਂ ਲਿਖਣੀ ਆ ਉਹ ਲਿਖ ਸਕਦੇ ਆ। ਤੇ ਥੱਲੇ ਆ ਗਏ ਜੀ ਮੋਸਟ ਇੰਪੋਰਟੈਂਟ ਆ ਗਏ ਡਾਕੂਮੈਂਟਸ। ਹੁਣ ਡਾਕੂਮੈਂਟਸ ਦੇ ਵਿੱਚ ਮਤਲਬ ਕਿ ਤੁਸੀਂ ਫੋਟੋ ਵੀ ਲੈ ਸਕਦੇ ਆ ਜਾਂ ਤੁਹਾਡੇ ਕੋਲ PDF ਹੈਗਾ ਤੇ ਤੁਸੀਂ ਉਹ ਅਪਲੋਡ ਕਰ ਸਕਦੇ ਆ। ਦੋ ਚੀਜ਼ਾਂ ਇਹਨਾਂ ਨੂੰ ਭੇਜਣੀਆਂ ਪੈਂਦੀਆਂ ਨੇ, ਇੱਕ ਤਾਂ ਹੋਗੀ ਜੀ ਪ੍ਰੂਫ ਆਫ ਸਾਈਨਡ ਪ੍ਰੂਫ ਆਫ ਡਿਲੀਵਰੀ, ਜਿਹੜਾ ਬਿੱਲ ਆਫ ਲੀਡਿੰਗ ਆਪਾਂ ਸਾਈਨ ਕਰਾਇਆ ਸੀ। ਦੂਸਰੀ ਚੀਜ਼ ਹੈਗੀ ਰੇਟ ਕਨਫਰਮੇਸ਼ਨ ਦੀ ਕਾਪੀ। ਰੇਟ ਕਨਫਰਮੇਸ਼ਨ ਦੀ ਕਾਪੀ ਕਿਉਂ? ਇੱਕ ਤੇ ਉਹਦੇ ਉੱਤੇ ਮਤਲਬ ਕਿ ਕਨਫਰਮ ਹੁੰਦਾ ਵੀ ਜਿਹੜਾ $1000 ਮੈਂ ਉੱਥੇ ਭਰਿਆ ਵਾ ਹਨਾ, ਇਹ ਸੱਚੀ 1000 ਦਾ ਹੀ ਲੋਡ ਸੀਗਾ। ਆਹ ਸਾਰੀਆਂ ਜਦੋਂ ਚੀਜ਼ਾਂ ਭਰ ਕੇ ਆਪਾਂ ਸਬਮਿਟ ਕਰਦੇ ਆ ਤੇ ਜੇ ਸਾਰੀ ਇਨਫੋਰਮੇਸ਼ਨ ਉਹ ਪਹਿਲਾਂ ਡਬਲ ਚੈੱਕ ਕਰਦੇ ਵੀ ਐਵਰੀਥਿੰਗ ਓਕੇ ਆ, ਤੇ ਉਹ ਆਪਣੇ ਜਿੱਦਾਂ ਮੇਰੀ ਕੇਸ ਦੇ ਵਿੱਚ ਮੈਨੂੰ ਇਹ 2.5% ਕਮਿਸ਼ਨ ਚਾਰਜ ਕਰਦੇ ਆ ਕਿਉਂਕਿ ਮੇਰੇ ਕੋਲ ਇੱਕੋ ਹੀ ਟਰੱਕ ਆ। ਤੇ ਉਹ ਵੀ ਬਿਕੋਜ਼ ਕਿਸੇ ਨੇ ਰੈਫਰੈਂਸ ਦਿੱਤਾ ਸੀਗਾ ਤੇ ਮੈਨੂੰ ਗੁੱਡ ਪ੍ਰਾਈਸ ਮਿਲ ਗਿਆ, ਨਹੀਂ ਤੇ ਕਈ ਵਾਰੀ 3% ਹੁੰਦਾ ਵਾ ਹਨਾ ਨਵੇਂ ਦਾ ਜਿਹਦੇ ਕੋਲ ਇੱਕੋ ਹੀ ਟਰੱਕ ਆ। ਤੇ ਉਹ 2.5% ਕੱਟ ਕੇ ਮੈਨੂੰ ਵਟਐਵਰ ਜੋ 1000 ਦਾ ਸੀਗਾ $975 ਪਾ ਦੇਣਗੇ। ਤੇ ਆਪ ਇਹ $1000 ਵਟਐਵਰ ਜਦੋਂ ਵੀ ਇਹਨਾਂ ਨੂੰ ਬ੍ਰੋਕਰ ਦਊਗਾ 30 ਦਿਨਾਂ ਬਾਅਦ ਜਾਂ 40 ਦਿਨਾਂ ਬਾਅਦ। ਹੁਣ ਇੱਕ ਚੀਜ਼ ਹੋਰ ਨੋਟਿਸ ਕਰੋ ਵੀ ਬ੍ਰੋਕਰ ਇਦਾਂ ਹੀ ਨਹੀਂ ਕਿਸੇ ਵੀ ਫੈਕਟਰਿੰਗ ਕੰਪਨੀ ਨੂੰ ਪੈਸੇ ਦੇ ਦਿੰਦਾ। ਉਹਨੂੰ ਕੀ ਪਤਾ ਵੀ ਇਹ ਜਿਹੜੀ ਫੈਕਟਰਿੰਗ ਕੰਪਨੀ ਤੁਹਾਡੇ ਨਾਲ ਹੀ ਕੰਮ ਕਰ ਰਹੀ ਆ। ਇਸ ਚੀਜ਼ ਨੂੰ ਪ੍ਰੂਵ ਕਰਨ ਵਾਸਤੇ ਜਿੱਦਾਂ ਮੈਂ ਲਾਸਟ ਵੀਡੀਓ ਦੇ ਵਿੱਚ ਗੱਲ ਕੀਤੀ, ਜਦੋਂ ਆਪਾਂ ਲੋਡ ਬੁੱਕ ਕਰਦੇ ਹਾਂ ਉਸ ਤੋਂ ਪਹਿਲਾਂ ਆਪਾਂ ਨੂੰ ਇੱਕ ਪੈਕੇਜ ਭਰਨਾ ਪੈਂਦਾ, ਜਿਹਦੇ ਵਿੱਚ ਇੱਕ ਆਪਾਂ W9 ਫਾਰਮ ਦੀ ਕਾਪੀ ਬ੍ਰੋਕਰ ਨੂੰ ਭੇਜਦੇ ਹਾਂ ਟੈਕਸ ਪਰਪਸ ਵਾਸਤੇ, ਇੱਕ ਆਪਾਂ ਉਹਨੂੰ ਭੇਜਦੇ ਹਾਂ ਇੰਸ਼ੋਰੈਂਸ ਦੀ ਸਾਰੀ ਇਨਫੋਰਮੇਸ਼ਨ, ਲਾਇਬਿਲਿਟੀ ਪਲੱਸ ਕਾਰਗੋ ਇੰਸ਼ੋਰੈਂਸ ਪ੍ਰੂਵ ਕਰਨ ਵਾਸਤੇ ਵੀ ਤੁਹਾਡੇ ਕੋਲ ਇਨਫ ਕਵਰੇਜ ਹੈ, ਔਰ ਇੱਕ ਆਪਾਂ ਨੂੰ ਭੇਜਦੇ ਹਾਂ ਜੀ NOA ਨੋਟਿਸ ਆਫ ਅਸਾਈਨਮੈਂਟ। ਨੋਟਿਸ ਆਫ ਅਸਾਈਨਮੈਂਟ ਬੇਸਿਕਲੀ ਇੱਕ ਲੈਟਰ ਹੁੰਦਾ ਵਾ ਜੋ ਕਿ ਤੁਹਾਡੇ ਵੱਲੋਂ ਇੱਕ ਜਿਹੜੀ ਵੀ ਤੁਸੀਂ ਫੈਕਟਰਿੰਗ ਕੰਪਨੀ ਹਾਇਰ ਕੀਤੀ ਹੈ ਨਾ, ਉਹਦੇ ਲਈ ਹੁੰਦਾ ਵੀ ਮੈਂ ਇਸ ਫੈਕਟਰਿੰਗ ਕੰਪਨੀ ਨੂੰ ਪਰਮਿਸ਼ਨ ਦਿੰਦਾ ਜਾਂ ਅਧਿਕਾਰ ਦਿੰਦਾ ਕਿ ਮੇਰੇ ਬਿਹਾਫ ਦੇ ਉੱਤੇ ਇਹ ਪੇਮੈਂਟ ਕਲੈਕਟ ਕਰ ਪਾਏ ਹੈ ਨਾ। ਤੇ ਬ੍ਰੋਕਰ ਇਹ ਚੀਜ਼ ਉਹ ਦੇਖਦਾ ਵੀ ਜਿਹੜੀ ਫੈਕਟਰਿੰਗ ਕੰਪਨੀ ਬਿਲਟੀ ਨੂੰ ਕੈਸ਼ ਕਰਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਇਹ ਸੱਚੀ ਉਸ ਕੈਰੀਅਰ ਦੇ ਨਾਲ ਕੰਮ ਕਰਦੀ ਆ, ਉਸ ਚੀਜ਼ ਨੂੰ ਪ੍ਰੂਫ ਕਰਨ ਵਾਸਤੇ ਉਹ ਨੋਟਿਸ ਆਫ ਅਸਾਈਨਮੈਂਟ ਦੇਖਦੇ ਆ। ਜਦੋਂ ਇਹ ਸਾਰੀ ਚੀਜ਼ਾਂ ਹੋ ਜਾਂਦੀਆਂ ਬੇਸਿਕਲੀ ਉਹਨਾਂ ਨੂੰ ਤਾਂ ਪੈਸੇ 30-40 ਦਿਨ ਬਾਅਦ ਹੀ ਮਿਲਦੇ ਆ, ਪਰ ਆਪਾਂ ਨੂੰ ਪੈਸੇ 2 ਜਾਂ 3 ਦਿਨ ਬਾਅਦ ਮਿਲ ਜਾਂਦੇ ਆ। ਹੁਣ ਇਹ ਮੈਂ ਕਿੱਦਾਂ ਕੰਮ ਕਰਦਾ ਹਨਾ, ਤੇ ਇਹ ਤੇ ਹੋ ਗਿਆ ਜਦੋਂ ਆਪਾਂ ਫੈਕਟਰਿੰਗ ਕੰਪਨੀ। ਇੱਕ ਐਗਜ਼ਾਮਪਲ ਆਪਾਂ ਹੋਰ ਦੇਖ ਲੈਂਦੇ ਆ, ਇਹਦੇ ਵਿੱਚ ਆਪਾਂ ਫੈਕਟਰਿੰਗ ਕੰਪਨੀ ਨੂੰ ਇਨਵੋਲਵ ਕੀਤੀ ਸੀ। ਹੁਣ ਦੂਜੇ ਐਗਜ਼ਾਮਪਲ ਵਿੱਚ ਆਪਾਂ ਸਿੱਧਾ ਹੀ ਬ੍ਰੋਕਰ ਤੋਂ ਪੈਸੇ ਲੈਣੇ ਆ, ਆਪਾਂ ਫੈਕਟਰਿੰਗ ਕੰਪਨੀ ਨਹੀਂ ਇਨਵੋਲਵ ਕਰਨੀ ਹੈ ਨਾ। ਜਿੱਦਾਂ ਇਹ ਸਾਰੀਆਂ ਉਹ ਐਪਸ ਨੇ ਜਿਨ੍ਹਾਂ ਬ੍ਰੋਕਰਾਂ ਦੇ ਨਾਲ ਮੈਂ ਕੰਮ ਕਰਦਾ ਵਾਂ। ਤੇ ਆਪਾਂ ਚਲੋ ਕੋਯੋਟੇ ਦੇ ਦੇਖਦੇ ਹਾਂ, ਕੋਯੋਟੇ ਲੌਜਿਸਟਿਕ ਤੇ ਗਏ ਆਪਾਂ। ਹੁਣ ਮੈਂ ਇੱਥੇ ਆਪਣੇ ਕੁਝ ਪੁਰਾਣੇ ਲੋਡ ਦੇਖਦਾ ਵਾਂ। ਤੇ ਲੋਡ ਆਪਾਂ ਕੱਲ ਚੁੱਕਣਾ ਵਾ ਪੈਸਟ ਆ ਮੇਰੇ ਮਤਲਬ ਕਿ ਕੁਝ ਪੁਰਾਣੇ ਲੋਡ ਨੇ ਹਨਾ। ਫੋਰ ਐਗਜ਼ਾਮਪਲ ਇਹਨਾਂ ਬਾਕੀਆਂ ਦੀ ਤਾਂ ਪੇਮੈਂਟ ਆ ਗਈ ਆ 2 ਦੀ ਰਹਿ ਗਈ ਆ ਹਨਾ। ਤੇ ਆਪਾਂ ਇੱਥੇ ਕਲਿੱਕ ਕਰਦੇ ਆ। ਹੁਣ ਇਹ ਲੋਡ ਮੈਂ ਚੱਕਿਆ ਸੀਗਾ, ਖੁੱਲ ਜਾ ਸਿਮ ਖੁੱਲ ਗਿਆ। ਇਹ ਲੋਡ ਮੈਂ ਚੁੱਕਿਆ ਸੀਗਾ ਬ੍ਰਿਨਿੰਗਸਵਿਲ ਪੈਨਸਿਲਵੇਨੀਆ ਤੋਂ ਫਿਲਾਡੈਲਫੀਆ ਪੈਨਸਿਲਵੇਨੀਆ ਗਿਆ ਸੀਗਾ। 64 ਮੀਲਾਂ ਸੀ ਸਾਰੀਆਂ ਲੋਡ ਦੀਆਂ। ਤਾਂ ਆਪਾਂ ਨੂੰ ਬ੍ਰੋਕਰ ਨੇ $900 ਪੇ ਕੀਤਾ ਸੀ ਹਨਾ। ਤੇ ਪੇ ਕਰਨ ਦਾ ਵਾਅਦਾ ਕੀਤਾ ਸੀ, ਹਜੇ ਤੱਕ ਪੇ ਨਹੀਂ ਹੋਇਆ ਹਨਾ। ਹੁਣ ਚਲੋ ਆਪਾਂ ਡਿਲੀਵਰੀ ਕਰਤੀ ਹੈ ਹਨਾ, ਐਵਰੀਥਿੰਗ ਡਨ ਹੋ ਗਿਆ ਵਾ। ਉਹਦੇ ਬਾਅਦ ਮੈਂ ਅਕਾਊਂਟਿੰਗ ਵਾਲੇ ਪੇਜ ਤੇ ਜਾ ਕੇ ਇੱਥੇ ਸਬਮਿਟ ਡਾਕੂਮੈਂਟਸ ਦੇ ਵਿੱਚ ਜਾ ਕੇ ਜਿਹੜੀ ਮੇਰੀ ਪ੍ਰੂਫ ਆਫ ਡਿਲੀਵਰੀ ਹੈ ਨਾ, ਉਹਦੀ ਫੋਟੋ ਖਿੱਚ ਕੇ ਇਹਨਾਂ ਨੂੰ ਭੇਜ ਸਕਦਾ ਟੂ ਪ੍ਰੂਵ ਕਿ ਡਿਲੀਵਰੀ ਇਜ਼ ਡਨ। ਮੈਂ ਹਜੇ ਤੱਕ ਉਹ ਕੀਤਾ ਨਹੀਂਗਾ, ਬਟ ਵੰਸ ਦੈਟਸ ਡਨ ਆਪਾਂ ਥੱਲੇ ਜਾਵਾਂਗੇ। ਤੇ ਉਹਦੇ ਬਾਅਦ ਇਹ ਪੁੱਛ ਰਹੇ ਵੀ ਤੁਸੀਂ ਪੇਮੈਂਟ ਕਿੱਦਾਂ ਲੈਣੀ ਆ, ਵੀ 30 ਡੇ ਸਟੈਂਡਰਡ ਮਤਲਬ ਕਿ 30 ਦਿਨਾਂ ਬਾਅਦ ਤੁਹਾਨੂੰ ਪੈਸੇ ਪੇ ਕਰ ਦਾਂਗੇ। 900 ਦਾ 900 ਹੀ ਤੁਹਾਨੂੰ ਪੇ ਹੋਊਗਾ। ਜਾਂ ਫਿਰ ਜੇ ਤੁਸੀਂ ਮਤਲਬ ਕਿ ਫੈਕਟਰਿੰਗ ਕੰਪਨੀ ਕੋਈ ਵਿੱਚ ਹੈ ਨਹੀਂ ਗੀ, ਤੁਹਾਨੂੰ ਪੈਸੇ ਫਿਰ ਵੀ ਜਲਦੀ ਚਾਹੀਦੇ ਤੇ ਤੁਸੀਂ ਆਹ ਦੇਖੋ ਲਿਖਿਆ ਵੀ ਐਡਵਾਂਸ ਫੀ ਆ 4% ਹੈ ਨਾ। ਇਹ ਹੈਗੀ ਆ ਕੁਇਕ ਪੇ ਫੀ, ਮਤਲਬ ਕਿ ਤੁਸੀਂ 4% ਕਟਾ ਲਓ ਤੇ ਫਿਰ ਤੁਹਾਡੇ ਜਿਹੜੇ ਪੈਸੇ ਆ ਨਾ 2 ਦਿਨਾਂ ਬਾਅਦ ਹੀ ਆ ਜਾਣਗੇ। ਤੇ ਇਹ ਉਦੋਂ ਹੁੰਦਾ ਜਦੋਂ ਤੁਸੀਂ ਕੋਈ ਫੈਕਟਰਿੰਗ ਕੰਪਨੀ ਨਹੀਂ ਵਿੱਚ ਇਨਵੋਲਵ ਕਰਨੀ ਹੈ ਨਾ। ਤੇ ਹੁਣ ਕਈ ਬ੍ਰੋਕਰ ਹੁੰਦੇ ਆ ਜਿਹੜੇ ਉਹ ਚਾਰਜ ਤੁਹਾਨੂੰ ਕਰਦੇ ਹੀ ਨਹੀਂਗੇ, ਜਿੰਨੇ ਦਾ ਤੁਸੀਂ ਲੋਡ ਲਾਇਆ ਹੈ ਨਾ ਉਹ ਸਾਰੇ ਦੇ ਸਾਰੇ ਪੈਸੇ ਤੁਹਾਨੂੰ ਦੇ ਵੀ ਛੇਤੀ ਦਿੰਦੇ ਔਰ ਕੋਈ ਕਮਿਸ਼ਨ ਵੀ ਨਹੀਂ ਕੱਟਦੇ ਹੈ ਨਾ। ਉਹਨਾਂ ਵਿੱਚੋਂ 2 ਬ੍ਰੋਕਰ ਹੈਗੇ ਨੇ, ਇੱਕ ਤਾਂ ਹੈਗਾ ਜੀ ਕੋਨਵੋਏ। ਹੁਣ ਜਿੱਦਾਂ ਆਹ ਕੋਨਵੋਏ ਦੇ ਮੈਂ ਕੁਝ ਲੋਡ ਲਾਏ ਨੇ ਹੈ ਨਾ, ਜਿੱਦਾਂ ਆਹ ਵਾਲਾ ਲੋਡ ਮੈਂ ਇਸ ਟਾਈਮ ਲਾ ਰਿਹਾ ਵਾਂ। ਇਸ ਟਾਈਮ ਇਹ ਕੰਪਲੀਟ ਨਹੀਂ ਹੋਈ ਆਹ ਜਿਹੜੀ ਜੌਬ ਆ। ਤੇ ਇਹਦੇ ਵਿੱਚ ਜੇ ਆਪਾਂ ਦੇਖੀਏ ਵੀ ਪੇ ਆਊਟ ਜਿਹੜਾ ਹੈਗਾ ਵਾ $1780 ਇਹਨਾਂ ਨੇ ਆਪਾਂ ਨੂੰ ਪੇ ਕਰਨੇ ਆ। 228 ਮੀਲਾਂ ਦਾ ਲੋਡ ਸੀਗਾ ਇਹ। ਤੇ ਇਹ ਮੈਂ ਚੁੱਕ ਕੇ ਲਿਆਂਦਾ ਸੀਗਾ ਐਲਨ ਟਾਊਨ ਤੋਂ। ਤੇ ਇਸ ਟਾਈਮ ਮੈਂ ਫਰੈਡਰਿਕਸਬਰਗ ਵਰਜੀਨੀਆ ਦੇ ਵਿੱਚ ਹੈਗਾ ਵਾ। ਤੇ ਜਦੋਂ ਆਪਣਾ ਇਹ ਲੋਡ ਹੋ ਗਿਆ, ਹਜੇ ਉਹ ਲੋਡ ਉਤਾਰ ਰਹੇ ਨੇ, ਤੇ ਮੈਂ ਐਡ ਡਾਕੂਮੈਂਟਸ ਦੇ ਵਿੱਚ ਜਾਊਂਗਾ ਤੇ ਉਹਦੇ ਕਿਸ ਟਾਈਪ ਦਾ ਡਾਕੂਮੈਂਟ ਹੈ ਹਨਾ, ਪ੍ਰੂਫ ਆਫ ਡਿਲੀਵਰੀ ਆ। ਓਕੇ ਨੈਕਸਟ ਤੇ ਜਾ ਕੇ ਤੇ ਇੱਥੇ ਆਪਾਂ ਸਿੰਪਲੀ ਉਹਦੀ ਫੋਟੋ ਖਿੱਚ ਦੂੰਗਾ ਮੈਂ
मतलब कि सबमिट कर दूंगा। हजे तो मेरे को है नहीं, हजे मेरे हत्थ की फोटो आ, ये नहीं काम करनी। अपनी बिल ऑफ मतलब कि प्रूफ ऑफ डिलीवरी की फोटो खिंच के इन्होंने भेज दूंगा। वो 1 घंटे बाद या 2 घंटे बाद इन्हों का मैसेज आ जाऊगा भी जी थोड़ी प्रूफ ऑफ डिलीवरी आ वो ठीक है। कई बार पिक्चर बलरी चल जाती है जो आप गलत डॉक्यूमेंट अपलोड कर दें तो वो डबल चैक करके थानू एक कंफर्मेशन भेजते हैं। जिदा फॉर एग्जाम्पल आप हुण आह वाली जी मैं अज जमा की है ना, आह मैं लोड लाया सी तो ये $1780 का लोड सीगा ये वाला ना। ये मैं आप पेंसिलवेनिया तो चुक के मैरीलैंड की सी, 2 डिलीवरियां सीगियां 280 मीलों का लोड सीगा। हुण इहदी देखो पेमेंट टू बी सेंट 09 मतलब कि इत्थे जिहड़े महीना उहनूं पहलां लिखदे आ, मतलब कि 7 सितंबर नूं पेमेंट आउणी है। तो ये जिहड़े मैं प्रूफ ऑफ डिलीवरी अज सवेरे ही मतलब कि सबमिट कराया वा तो उन्होंने कंफर्म करता भी प्रूफ ऑफ डिलीवरी ठीक है। तो कल आपां नूं कल 7 तरीक है, कल अपने अकाउंट 'च पूरे पैसे आ जाएंगे। इन्होंने कोई भी पैसा नहीं कट्टना है ना। कॉनवॉय एक इदां करदा वा या फिर उबर भी इदां ही करदा वा, जे आपां उबर फ्रेट दे नाल भी काम करदे आ तो इन्हां नाल मैं उबर नाल मैं काफ़ी काम किया स्टार्टिंग तो जिदा लोड लाए ने है ना। जिदा मैं अपने बरलिंटन तो लैके गया सीगा चैम्बर्सबर्ग पेंसिलवेनिया तो ये सीगा 175 मीलां सीगियां तो इहदा आपां नूं इन्होंने $1140 पे किया सीगा। तो ये भी सारे पैसे आपां नूं आए है ना। जिहड़े उबर वाले आ ये की करदे आ, ये 2 बारी पैसे भेजते हफ्ते दे एक मंगलवार तो एक शुक्रवार। जिहड़े POD तुसीं ला लो मंगलवार बुधवार वीरवार जमा कराए आ उहदे पैसे शुक्रवार आ जाएंगे। जिहड़े POD तुसीं शुक्रवार शनिवार ऐतवार ते सोमवार जमा कराए आ उहदे पैसे तुहानूं मंगलवार आ जाएंगे है ना। तो ये कोई कमीशन नहीं कटते। तो हुण मैं किद्दां काम करदा है ना, ओबवियसली जिहड़ा मैं काम उबर या कॉनवॉय ना करदा ये तो मैनूं कोई पैसे कटाउणे नहीं पैंदे है ना। तो बाकी मैं देख लेना वा जिद्दां जे तो इनवॉइस वड्डी होए तो कई बारी मैं वेट ही कर लेना। जिद्दां मैं कोयोटे दा तुहानूं दिखाउणा वा क्योंकि लाइक ए साइड मेरा कल्ला ही ट्रक है ना। तो मैनूं पता है कि चलो अपना चली जांदा सर्कल तो आपां नूं इन्नी है ना भी नहीं पैसे 30 दिन बाद भी आ जाएंगे तो कोई चक्कर नहीं। तो कई बार जो इनवॉइस छोटी होंदी तो मैं राइट वे करा भी लेना वा ना। जिद्दां हुण इन्हां नाल मैं काफ़ी इनवॉइसां फैक्टरी कंपनी तो कराई। जिद्दां आह वाली इनवॉइस सीगी ना $3180 की आ। ये आप इतों डेलावेयर तो मैं न्यूयॉर्क लैके गया सीगा लोड $3180 की इनवॉइस है। ये मैं वो फैक्टरिंग नहीं कराई, इनू मैं ਉਹਦੇ ਲਈ कराया 30 दिन बाद ਆਪਾਂ ਨੂੰ ਇਹ पैसे आ जाएंगे। तो ये अपना फिर कोई भी पैसा नहीं कटा जाऊगा। मैं कोई फैक्टरिंग कंपनी नहीं यूज़ की, ना ही मैं इन्हों की क्विक पे वाली सर्विस यूज़ की है। तो कई मैं की भी है जिदा है ना। क्विक पे तो नहीं मैं कदे भी यूज़ की क्योंकि वो 4% होंगी आ, जी मेरी फैक्टरिंग है वो 2.5% है। तो जो मैंने पैसे जो अर्ली चाहिए ही है तो फिर मैं फैक्टरिंग कंपनी ही यूज़ करता वा। होपफुली ये थोड़ा जिहा तुहानूं आइडिया होया होगा भी आपां किद्दां है ना भी जिहड़े लोड के पैसे आ किद्दां मिलते आ। कई मेरे वीर सोचते सी कि जो आप लोड लाने राइट वे आपां नूं कोई चैक चुक कट के दे देंगे आ। तो इदां नहीं हुंदा। लाइक ए साइड कस्टमर नूं पता भी नहीं हुंदा भी किन्ने पैसे तुसीं चार्ज कर रहे हैं लोड दे, तो ना ही आपां नूं पता हुंदा भी ब्रोकर ने कस्टमर नूं किन्ने पैसे चार्ज कीते आ। तो ये सी जी अज दी वीडियो, होपफुली तुहानूं वधिया लगी होगी। नैक्सट टाइम भी आपां कोई इंफॉर्मेटिव वीडियो लैके आवांगे। तो मैनूं पता अपनी इंफॉर्मेटिव वीडियोज़ दे नाल जिहड़ी ऑडियंस है वो घट जाती है ना। क्योंकि लाइक ए साइड कई हुण फॉर एग्जाम्पल कोई फार्मिंग मैं नहीं करनी ना मैं करदा है ना, उदा मैं फार्मिंग का व्लॉग वेख के मैं भी खुश होवां, पर कोई फार्मिंग की इंफॉर्मेटिव वीडियो होगी तो शायद मैं ना देखा है ना। 1 सेकंड मैं कॉल लेना। हेलो ओ रेडी थैंक यू। लो भी मित्रों लोड भी अपना लथ गया, वो कहते आके अंदरों पेपर वर्क लै जाओ। तो चलो वीडियो नूं लैके से जिथे मैं गल कर रहा सी जी इंफॉर्मेटिव वीडियो है ना वो ऑडियंस घट होंगी है क्योंकि घट ही लोग होंगे। जिदा ट्रक का व्लॉग देख के मैं भी ज़्यादा थोड़े नाल ऑडियंस आ जाए है ना। बट जी इंफॉर्मेटिव वाली वीडियो है वो हरेक बंदा नूं नहीं चाहिए, जिदा मैनू भी हरेक इंफॉर्मेशन दुनिया की नहीं चाहिए। तो मैं क्योंकि वीडियो हो भी थोड़ी लंबी जाती है ना, तो मैं भी इन्ना टाइम नहीं देना चाहता है ना किसी इदां दी चीज़ नूं जिहदे विच्चों कल नूं मेरा कोई उदा फायदा नहीं होना है ना। तो बट इट्स ओके, पर मैं फोकस कर रहा कि आप इदां दी वीडियोज़ ज़्यादा बनाइए। तो क्योंकि अपना कोई यूट्यूब के उत्ते बहुत बड़ा गोल नहीं हैगा मैं कोई यूट्यूब का स्टार नहीं बनना चाहता। तो बाकी थैंक यू सो मच जिहड़ा तुसीं प्यार करते हैं। तो बहुत वधिया मतलब कि लास्ट वीडियो तो लैके साइड बड़े वधिया फीडबैक आया। तो आपां नैक्सट टाइम मिलांगे जी जल्दी ही वधिया कोई नैक्सट वीडियो दे नाल। अंटिल दैन टेक केयर, गॉड ब्लैस यू ऑल एंड रब रखा जी।